Like the video, subscribe to the channel and press the bell icon for latest video updates. ਦਰਸ਼ਕੋ ਇਹ ਵਿਜ਼ੂਅਲ ਦੇਖ ਰਹੇ ਹੋ ਕੱਲ ਪਟਿਆਲੇ ਅਨਫੋਰਚੂਨੇਟ ਇੰਸੀਡੈਂਟ ਜਿਹਦੇ ਵਿੱਚ ਦੋ ਕਮਿਊਨਿਟੀਜ਼ ਆਪਸ ਵਿੱਚ ਕਲੈਸ਼ ਹੋਇਆ ਹੈਗਾ। ਅਸੀਂ ਇਸ ਸੰਬੰਧ ਵਿੱਚ ਡਾਕਟਰ ਜਸਵੀਰ ਸਿੰਘ ਦਸਾਂਝ ਨਾਲ ਗੱਲਬਾਤ ਕੀਤੀ। ਉਹਨਾਂ ਦਾ ਮੰਨਣਾ ਹੈਗਾ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਇੰਸੀਡੈਂਟ ਹੁੰਦਾ ਹੈਗਾ ਉਹਦੇ ਪਿੱਛੇ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦਾ ਹੱਥ ਹੁੰਦਾ ਹੈਗਾ, ਕਿਸੇ ਨਾ ਕਿਸੇ ਪਾਵਰ ਦਾ ਕੋਈ ਵੈਸਟਡ ਇੰਟਰਸਟ ਹੁੰਦਾ। ਆਪਣੇ ਆਪ ਜਾਂ ਆਪਣੇ ਲੈਵਲ 'ਤੇ ਕੋਈ ਆਰਗੇਨਾਈਜੇਸ਼ਨ ਜਾਂ ਕੋਈ ਇਨਸਾਨ ਕੁਛ ਨਹੀਂ ਕਰਦਾ ਹੈਗਾ। ਇਹਦੇ ਵਿੱਚ ਮੈਨੂੰ ਕਾਫੀ ਜ਼ਿਆਦਾ ਸੱਚਾਈ ਲੱਗਦੀ ਹੈਗੀ ਆ। ਡਾਕਟਰ ਸਾਹਿਬ ਦਾ ਲੌਜਿਕ ਠੀਕ ਹੈ, ਤੁਸੀਂ ਇਹ ਇੰਟਰਵਿਊ ਸੁਣੋ ਅਤੇ ਆਪਣੇ ਕਮੈਂਟਸ ਜ਼ਰੂਰ ਦਿਓ ਸਾਨੂੰ। ਇੱਕ ਗੱਲ ਮੇਰੀ ਯਾਦ ਰੱਖਿਓ, ਆਪਾਂ ਹੁਣ ਇਸ ਪਾਸੇ ਨੂੰ ਆਉਂਦੇ ਹਾਂ। ਹਾਂਜੀ, ਜਿਤਨੀਆਂ ਵੀ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਵੀ ਅੰਦੋਲਨ ਉੱਠਦੇ ਨੇ, ਹਾਂਜੀ, ਕੋਈ ਵੀ ਵਿਅਕਤੀ ਪ੍ਰੋਟੈਸਟ ਕਰਦੇ ਨੇ, ਜਿਹੜੀ ਰੂਲਿੰਗ ਕਲਾਸ ਹੈ, ਕੋਈ ਰੂਲਿੰਗ ਕਲਾਸ ਹੋਵੇ, ਉਸ ਦੀ ਸਰਪ੍ਰਸਤੀ ਤੋਂ ਬਗੈਰ, ਉਸ ਦੀ ਸਪੋਰਟ ਤੋਂ ਬਗੈਰ ਕੋਈ ਮੂਵਮੈਂਟ ਨਹੀਂ ਚੱਲ ਸਕਦੀ। ਕਿਆ ਬਾਤ, ਇਹ ਮੇਰਾ ਐਨਾਲਿਸਿਸ ਆ। ਬਹੁਤ ਅੱਛੀ ਗੱਲ। ਚਾਹੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਮੈਂ ਕਹਿੰਦਾ ਇਸ ਸਪੋਰਟ ਹੀ ਉਹ ਜਿੱਦਣ ਚਾਹੇ ਇਹ ਪੋਲੀਟੀਕਲ ਸੁਪਰਸਟਰਕਚਰ ਇੰਨੀ ਪਾਵਰਫੁਲ ਹੁੰਦੀ ਹੈਗੀ ਆ, ਜਿੱਦਣ ਚਿੱਤ ਕਹੇ ਜਿਹਨੂੰ ਮਰਜ਼ੀ ਤਬਾਹ ਕਰ ਦੇਵੇ। ਲੇਕਿਨ ਇਹਨਾਂ ਦੀ ਜਿਹੜੀ ਸਰਪ੍ਰਸਤੀ ਹੈ, ਇਹਨਾਂ ਦੀ ਜਿਹੜੀ ਸਪੋਰਟ ਹੈ, ਹਰ ਪ੍ਰਕਾਰ ਦੀ ਸਪੋਰਟ, ਐਜੀਟੇਸ਼ਨ ਕਰਨ ਵਾਲੇ ਨੂੰ ਕੁਛ ਨਹੀਂ ਪਤਾ ਹੁੰਦਾ। ਦਰਸ਼ਕੋ, ਤੁਹਾਡੀ ਮੁਲਾਕਾਤ ਡਾਕਟਰ ਜਸਵੀਰ ਸਿੰਘ ਦਸਾਂਝ ਜਲੰਧਰ ਵਾਲੇ MD ਸਕਿਨ ਸਪੈਸ਼ਲਿਸਟ, ਬਹੁਤ ਅੱਛੇ ਰੈਸ਼ਨਲ ਥਿੰਕਰ ਹੈਗੇ ਆ। ਖਾਸ ਤੌਰ 'ਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਪਟਿਆਲੇ ਦੇ ਅਨਫੋਰਚੂਨੇਟ ਇੰਸੀਡੈਂਟਸ ਕੱਲ੍ਹ ਦੇ ਜੋ ਹੋਏ ਹੈਗੇ ਆ। ਕੁਛ ਹਿੰਦੂ ਸਿੱਖਾਂ ਦੇ ਫਸਾਦ ਹੋਏ ਹੈਗੇ ਆ। ਪੰਜਾਬ ਇੱਕ ਬਹੁਤ ਵਧੀਆ ਸੈਕੂਲਰ ਸਟੇਟ ਹੈਗੀ, ਕੀ ਕਾਰਨ ਹੈਗੇ ਆ, ਇਹਦਾ ਅਸੀਂ ਕੋਈ ਨਾ ਕੋਈ ਐਨਾਲਾਈਜ਼ ਕਰਨੇ ਦੀ ਕੋਸ਼ਿਸ਼ ਕਰਦੇ ਹਾਂ। ਡਾਕਟਰ ਸਾਹਿਬ, ਸਾਡੇ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈਗਾ। मेरे दर्शकों, आप सबके भीतर स्वयं प्रकाश मानजोत को डॉक्टर दसांझ का प्रणाम। ਹਾਂਜੀ ਡਾਕਟਰ ਸਾਹਿਬ, ਇਹ ਕੀ ਕੋਸ਼ਿਸ਼ ਇਹ ਹੋਰ ਲੱਗਦੀ ਤੁਹਾਨੂੰ, ਕਿਉਂ ਇੱਦਾਂ ਦੇ ਇੰਸੀਡੈਂਟ ਹੁੰਦੇ ਪੰਜਾਬ ਵਰਗੇ ਸੈਕੂਲਰ ਸਟੇਟ 'ਚ? ਭਾਰਤ ਸਾਹਿਬ, ਇਹ ਜੋ ਸਾਨੂੰ ਦਿਖਾਈ ਪੈਂਦਾ ਸਮਾਜ ਦੇ ਵਿੱਚ, ਹਾਂਜੀ, ਇਹ ਬੇਮਕਸਦ ਨਹੀਂ ਹੈ। ਅੱਛਾ ਜੀ, ਇਹ ਘਟਨਾਵਾਂ ਅਕਾਰਨ ਨਹੀਂ ਘਟਦੀਆਂ। ਹਾਂਜੀ, ਇਸ ਜੀਵਨ ਦੇ ਵਿੱਚ ਕਿਉਂਕਿ ਸਾਨੂੰ ਵਾਸਤਵਿਕ ਧਰਮ ਦਾ ਨਹੀਂ ਪਤਾ, ਹਾਂਜੀ, ਤੋ ਅਸੀਂ ਜੋ ਅਧਰਮ ਹੈ ਉਸ ਨੂੰ ਹੀ ਧਰਮ ਸਮਝ ਕੇ ਇਹ ਸੰਸਾਰਿਕ ਜੋ ਘਟਨਾਵਾਂ ਨੇ ਉਹਨਾਂ ਦਾ ਨਿਰਣਾ ਕਰਦੇ ਰਹਿੰਦੇ ਹਾਂ। ਠੀਕ ਹੈ ਜੀ। ਮੇਰੀ ਜੱਜ, ਮੈਂ ਇਸ ਚੀਜ਼ ਨੂੰ ਬਹੁਤ ਹੋਰ ਤਰ੍ਹਾਂ ਲੈਂਦਾ। ਹਾਂਜੀ, ਮੇਰੀ ਹਰ ਚੀਜ਼ ਦਾ ਜੋ ਆਧਾਰ ਹੈ ਉਹ ਧਰਮ ਹੈ। ਧਰਮ, ਹਾਂਜੀ, ਹਾਂਜੀ, ਉਸ ਧਰਮ ਦੇ ਵਿੱਚ ਜੋ ਸਭ ਤੋਂ ਮੇਨ ਨੁਕਤਾ ਮੰਨਣ ਵਾਲਾ ਹੈ, ਜਾਂ ਅਸੀਂ ਕਹਿ ਲਈਏ ਕੰਸੀਡਰ ਕਰਨ ਵਾਲਾ ਹੈ, ਹਾਂਜੀ, ਉਹ ਹੈ, ਹਾਂਜੀ, ਹਾਂਜੀ, ਉਹ ਹੈ ਕਿ ਜੇ ਇਸ ਧਰਤੀ ਦੇ ਉੱਪਰ ਜੋ ਵੀ ਜੀਵ ਹੈ ਜਾਂ ਪਦਾਰਥ ਹੈ, ਵਸਤ ਹੈ ਜਾਂ ਵਿਸ਼ਾ ਹੈ ਜਾਂ ਪ੍ਰਾਣੀ ਹੈ, ਉਹਨੂੰ ਇੱਕ ਆਲਮਾਈਟੀ ਆਦਿ ਸ਼ਕਤੀ ਨੇ ਇੱਕ ਪਾਰਟ ਪਲੇ ਕਰਨ ਵਾਸਤੇ ਆਪਣਾ ਰੋਲ ਦਿੱਤਾ ਹੈ, ਆਪਣਾ ਰੋਲ ਦਿੱਤਾ ਹੋਇਆ, ਹਾਂਜੀ, ਆਪਣਾ ਏਜੰਟ ਬਣਾ ਕੇ ਇਸ ਧਰਤੀ ਦੇ ਉੱਪਰ ਉਸ ਨੂੰ ਭੇਜਿਆ ਹੋਇਆ ਕਿ ਜਾ ਤੂੰ ਜਾ ਕੇ ਮੇਰੀ ਆਹ ਚੀਜ਼, ਇਹ ਜੋ ਵੀ ਮਨੁੱਖ ਇਸ ਧਰਤੀ ਜੋ ਕੁਛ ਵੀ ਕਰਦਾ ਨਾ, ਇਹ ਉਸ ਆਦਿ ਸ਼ਕਤੀ ਦੀ, ਉਸ ਚੇਤਨਾ ਦੀ, ਉਸ ਪਰਮ ਚੇਤਨਾ ਦੀ, ਜਾਂ ਜਿਹਨੂੰ ਅਸੀਂ ਪਰਮਾਤਮਾ ਵੀ ਕਹਿ ਦਿੰਦੇ ਹੈਗੇ ਹਾਂ, ਦੈਟ ਇਜ਼ ਪਰਮ ਚੇਤਨਾ, ਹਾਂਜੀ, ਉਹਦਾ ਇੱਕ ਦਿੱਤਾ ਹੋਇਆ ਡਿਸਟਾਈਨਡ ਰੋਲ ਹੈ। ਬਿਲਕੁਲ ਠੀਕ ਹੈ। ਸੋ ਅਸੀਂ ਸਾਰੇ ਉਸ ਚੇਤਨਾ ਦੇ, ਉਸ ਆਦਿ ਸ਼ਕਤੀ ਦੇ, ਜੋ ਕਿ ਓਮਨੀ ਪ੍ਰੈਜ਼ੈਂਟ ਹੈ, ਓਮਨੀਪੋਟੈਂਟ ਹੈ, ਇਤਨੀ ਸ਼ਕਤੀਸ਼ਾਲੀ ਹੈ, ਜਿਸ ਦੀ ਕਿ ਸੱਤਾ ਹੈ। ਹਾਂਜੀ, ਹਾਂਜੀ, ਕਿਉਂਕਿ ਉਸਦੀ ਉਹ ਇਤਨੀ ਸ਼ਕਤੀਸ਼ਾਲੀ ਹੈਗੀ ਆ ਕਿ ਉਸਦੀ ਸਭ ਪਾਸੇ ਉਸੇ ਦੀ ਹੀ ਸੱਤਾ ਹੈ। ਉਸ ਸੱਤਾ ਨੂੰ ਹੀ ਅਸੀਂ ਕਹਿੰਦੇ ਆ ਅੰਤਮ ਸੱਚ।
तो विषय का होर पासे भी चला जाएगा, लेकिन मैं सिर्फ इन्ना लियावांगा कि ये उस अंतम सच वालों, उस चेतना वालों निर्धारित जो भी सानू ओदी जो चाह है, जो वासना है, उस मुताबिक जो भी मनुख ने रोल इत्थे निभाने ने उस धरती के उपर वो निभाउण आउंदा। पर कई बारी डॉक्टर साहब ਜਿਹੜਾ ਅਸੀਂ ਕੋਈ ਇਸ ਤਰ੍ਹਾਂ ਰੋਲ ਕਰਦਾ, ਗੱਲਬਾਤ ਕਰਦਾ ਜਾਂ ਬਿਹੇਵ ਕਰਦਾ, ਕਈ ਵਾਰੀ ਐਪਰੈਂਟਲੀ ਸਾਨੂੰ ਲੱਗਦਾ ਵੀ ਆ ਜਿਹੜਾ ਬੰਦਾ ਇੱਕ ਪਾਰਟੀਕੂਲਰ ਬੰਦਾ ਜਾਂ ਇੱਕ ਕਲਾਸ ਹੈਗੀ ਇਹ ਬਹੁਤ ਗਲਤ ਕਰ ਰਹੀ, ਬਹੁਤ ਗਲਤ ਸੋਚਦੀ ਹੈਗੀ, ਉਹਦਾ ਕੀ ਪਿੱਛੇ ਕੀ ਕਾਰਨ नहीं ਹੁੰਦਾ? वो भी उसका ही है रोल। ਅੱਛਾ ਜੀ। पापी तो पापी व्यक्ति भी, दुराचारी तो दुराचारी व्यक्ति भी, ਹਾਂਜੀ। डाकू लुटेरा ਜਿਹੜਾ ਕਿ ਸਮਾਜ ਵਿੱਚ ਟੈਰਰ ਫੈਲਾ ਰਿਹਾ, ਉਹ ਵੀ ਵਿਅਕਤੀ ਵੀ ਜੋ ਪਾਠ ਕਰ ਰਿਹਾ, ਉਹ ਅਗਰ ਉਨੀ ਸਮਝ ਆ ਜਾਏ ਕਿ ਮੇਰਾ ਇਹ ਉਸ ਪਰਮਾਤਮਾ ਦੀ ਪਰਮ ਚੇਤਨਾ ਦਾ ਦਿੱਤਾ ਹੋਇਆ ਰੋਲ ਮੈਂ ਨਿਭਾ ਰਿਹਾ ਆ, ਤਾਂ ਉਹਦਾ ਵੀ ਸੁਧਾਰ ਹੋ ਜਾਏਗਾ। ਉਹਨੂੰ ਅਸੀਂ ਇੱਕ ਧਾਰਮਿਕ ਵਿਅਕਤੀ ਉਹਨੂੰ ਵੀ ਕੰਸੀਡਰ ਕਰਦਾ। ਮੇਰੇ ਕਹਿਣ ਦਾ ਭਾਵ ਹੈ ਕਿ ਇੱਕ ਰੋਲ ਹੈ ਜੋ ਕਿ ਪਰਮ ਚੇਤਨਾ ਦਾ ਨਿਰਧਾਰਿਤ ਰੋਲ ਹੈ ਮਨੁੱਖ ਵਾਸਤੇ। ਅਸੀਂ ਸਾਰੇ ਉਹਦਾ ਹੀ ਰੋਲ ਨਿਭਾ ਰਹੇ ਹਾਂ, लेकिन एक होर रोल है। जैसे कि तुझे ਜਿਹੜਾ ਸਵਾਲ ਕੀਤਾ ਹੈਗਾ, ਪਰ ਉਹ ਮੈਂ ਤੁਹਾਡਾ ਕਰਦਾ ਵੀ ਇਨਸਾਨਾਂ ਨੂੰ ਪ੍ਰਮਾਤਮਾ ਨੇ, ਉਸੇ ਪ੍ਰਮਾਤਮਾ ਨੇ ਦਿਮਾਗ ਵੀ ਦਿੱਤਾ, ਉਹ ਕੁਛ ਉਹਨੇ ਆਪਣਾ ਦਿਮਾਗ ਵੀ ਇਸਤੇਮਾਲ ਕਰਨਾ ਕਿ ਜੋ ਕੁਛ ਆਈ ਜਾ ਮੰਨਤੀ ਉਹਨੇ ਕਰੀ ਜਾਣਾ ਹੈ। ਨਹੀਂ ਦਿਮਾਗ ਇਸੇ ਕਰਕੇ ਦਿੱਤਾ ਕਿ ਰਿਸਪੌਂਸਿਬਿਲਿਟੀ ਜਿਹੜੀ ਹੈਗੀ ਹੁਣ ਇਹਨੂੰ ਸੋਚਣ ਸ਼ਕਤੀ, ਵਿਚਾਰ ਸ਼ਕਤੀ, ਭਾਵ ਸ਼ਕਤੀ, ਕਰਮ ਸ਼ਕਤੀ, ਤਿੰਨੇ ਚੀਜ਼ਾਂ ਜਿਹੜੀਆਂ ਹੈਗੀਆਂ ਮਨੁੱਖ ਦੇ ਪਾਸ ਨੇ। ਅੱਛਾ ਜੀ। ਲੇਕਿਨ ਜਿਹੜੀ ਬੁਨਿਆਦੀ ਮੈਂ ਚੀਜ਼ ਕਹਿਣੀ ਚਾਹੁੰਦਾ ਹੈਗਾ ਕਿ ਅਸੀਂ ਸਾਰੇ ਦੇ ਸਾਰੇ ਉਸ ਦੇ ਆਦਿ ਸ਼ਕਤੀ ਦੇ ਚੇਤਨਾ ਦੇ ਭੇਜੇ ਹੋਏ ਏਜੰਟ ਆ, ਉਹਦੇ ਅਸੀਂ ਕਹਿ ਲਓ ਕਿ ਉਹ ਪੁਤਲੀਆਂ ਆ, ਹਾਂਜੀ, ਜਿਹੜੇ ਕਿ ਸਾਨੂੰ ਨਚਾ ਰਿਹਾ। ਇੱਕ ਭੁਲੇਖਾ ਇੱਥੇ ਪੈ ਜਾਂਦਾ, ਮਿਸਕਨਸੈਪਸ਼ਨ ਹੋ ਜਾਂਦੀ ਸਮਾਜ ਦੇ ਵਿੱਚ। ਮੈਂ ਫਿਰ ਰਿਪੀਟ ਕਰਾਂਗਾ ਕਿ ਉਹ ਜਿਹੜੇ ਗਲਤ, ਜਿਹਨਾਂ ਅਸੀਂ ਗਲਤ ਕਹਿੰਦੇ ਹਾਂ ਨਾ ਐਲੀਮੈਂਟ ਨੂੰ, ਉਹ ਵੀ ਆਪਣਾ ਰੋਲ ਨਿਭਾ ਰਹੇ ਨੇ। ਜਦੋਂ ਅਸੀਂ ਧਰਮ ਦੀ ਯਾਤਰਾ ਤੇ ਜਾਵਾਂਗੇ, ਵਾਸਤੇ ਧਰਮ ਤੋਂ ਜਾਣੂ ਹੋਵਾਂਗੇ, ਤਾਂ ਸਾਡੇ ਵਾਸਤੇ ਕੋਈ ਬੁਰਾ ਨਹੀਂ ਰਹਿ ਜਾਏਗਾ। ਅਸੀਂ ਕਹਾਂਗੇ ਆਪਣਾ ਰੋਲ ਨਿਭਾ ਰਿਹਾ। ਉਹਦੇ ਰੋਲ ਬਹੁਤ ਜਿਹੜੀ ਉੱਚੀ ਸੋਚ ਉੱਚੀ ਹੋ ਜਾਂਦੀ ਜਾਂ ਥਿੰਕਿੰਗ ਉੱਚੀ, ਉਹ ਇਦਾਂ ਦੀ ਗੱਲ ਸੋਚ, ਆਮ ਬੰਦਾ ਤਾਂ ਇਹਦੇ ਤੇ ਲੱਗ ਸਕੇ ਪਹੁੰਚਦਾ ਨਹੀਂ ਹੈਗਾ। ਪਰ ਆਪਾਂ ਹੁਣ ਗੱਲਬਾਤ ਕਰਨ ਚੱਲੇ ਹੈਗੇ ਆ, ਸਾਡਾ ਤਾਂ ਫਰਜ਼ ਬਣਦਾ ਨਾ ਅਸੀਂ ਅੰਡਰਸਟੈਂਡਿੰਗ ਲੋਕਾਂ ਦੇ ਚ, ਆਵਾਮ ਚ ਪੈਦਾ ਕਰੀਏ। ਬਿਲਕੁਲ ਠੀਕ। ਇਹ ਜੋ ਵੀ ਨੈਗੇਟਿਵ ਫੋਰਸਿਸ ਸਮਾਜ ਵਿੱਚ ਦੇਖਣ ਨੂੰ ਮਿਲਦੀਆਂ ਨੇ, ਹਾਂਜੀ ਹਾਂਜੀ, ਇਹਨਾਂ ਨੂੰ ਬੇਸਿਕਲੀ ਅਸੀਂ ਰਜਸ ਫੋਰਸ ਕਹਿੰਦੇ ਆ। ਰਜਸ ਫੋਰਸ ਦਾ ਮਤਲਬ ਹੈ ਕਿ ਅਸ਼ਾਂਤ ਰਹਿਣਾ। ਨੈਗੇਟਿਵ ਫੋਰਸ ਤੋਂ ਬਗੈਰ ਸਾਡੀ ਪੋਜ਼ਿਟਿਵਿਟੀ ਨਾਲ ਯੂਨਿਟੀ ਨਹੀਂ ਹੁੰਦੀ, ਸਾਡੀ ਕ੍ਰੀਏਸ਼ਨ ਦਾ ਪ੍ਰੋਸੈਸ ਅੱਗੇ ਨਹੀਂ ਚੱਲਦਾ। ਸੋ ਇਹਨਾਂ ਨੂੰ ਅਸੀਂ ਸਵੀਕਾਰ ਕਰਨਾ ਪੈਂਦਾ, ਬਲਕਿ ਇਹਨਾਂ ਨੂੰ ਸਪੋਰਟ ਕਰਨਾ ਪੈਂਦਾ ਨੈਗੇਟਿਵ ਫੋਰਸ ਨੂੰ, ਕਿ ਵੀ ਆ ਤੇਰੀ ਜ਼ਰੂਰਤ ਹੈਗੀ ਆ। ਇਹਨੂੰ ਤੁਸੀਂ ਇਸ ਤਰੀਕੇ ਨਾਲ ਸਮਝੋ ਕਿ ਜਦੋਂ ਅਸੀਂ ਸੰਸਾਰ ਵਿੱਚ ਆਉਣੇ ਹੈਗੇ ਆ, ਬਾਹਰ ਮੁਖੀ ਵਰਤਾਰੇ ਵਿੱਚ ਆਉਣੇ ਆ, ਇਹ ਜਿਹੜੀ ਇੱਕ ਨੈਗੇਟਿਵ ਫੋਰਸ ਹੈ, ਇਹ ਆਪਣਾ ਇੱਕ ਪੋਲੀਟੀਕਲ ਸੁਪਰ ਸਟਰਕਚਰ ਉਸਾਰਦੀ ਆ। ਉਸ ਪੋਲੀਟੀਕਲ ਸੁਪਰ ਸਟਰਕਚਰ 'ਚ ਇਹਦੀਆਂ ਕੁਝ ਸੰਸਥਾਵਾਂ ਨੂੰ ਇਹ ਪੈਦਾ ਕਰਦੇ ਨੇ। ਉਹਨਾਂ ਸੰਸਥਾਵਾਂ ਰਾਹੀਂ ਇਹ ਮਨੁੱਖ ਨੂੰ ਢਾਲਦੇ ਨੇ, ਕੈਪਟਲਾਈਜ਼ ਕਰਦੇ ਨੇ, ਐਂਡ ਆਪਣੇ ਹੇਠਾਂ ਉਹਨਾਂ ਨੂੰ ਤੋਰਦੇ ਨੇ। ਤੁਹਾਡੀ ਰਾਜ ਹੋਵੇਗਾ ਨਾ। ਇਹ ਜਿਹੜਾ ਇਹਦਾ ਮਤਲਬ ਹੋਇਆ ਕਿ ਇੱਕ ਤਾਂ ਏਜੰਟ, ਇੱਕ ਤਾਂ ਅਸੀਂ ਪੁਤਲੇ ਹੋ ਗਏ ਪਰਮ ਚੇਤਨਾ ਦੇ, ਪਰਮਾਤਮਾ ਦੇ। ਇੱਕ ਅਸੀਂ ਕੁਝ ਏਜੰਟ ਹੈਗੇ ਆ ਇਸ ਨੈਗੇਟਿਵ ਫੋਰਸ ਦੇ, ਸਮਾਜ ਦੇ ਵਿੱਚ ਜੋ ਨੈਗੇਟਿਵ ਵਰਤਾਰਾ ਹੈ, ਜੋ ਰਜਸ ਫੋਰਸ ਐਕਟਿਵ ਹੈਗੀ ਆ, ਉਹਦਾ ਇੱਕ ਆਪਣਾ ਇੱਕ ਨਿਯਮ ਹੈ, ਜਿਵੇਂ ਪ੍ਰਭੂ ਦਾ ਨਿਯਮ ਹੈ। ਸੱਤਾ ਆਪਾਂ ਗੱਲ ਪਹਿਲਾਂ ਕੀਤੀ ਹੈਗੀ ਆ। ਇਸ ਤਰੀਕੇ ਨਾਲ ਹੀ ਇੱਕ ਇਹ ਜਿਹੜੇ ਸਮਾਜ ਚਲਾਉਣ ਵਾਲੇ ਪੋਲੀਟੀਕਲ ਅਦਾਰੇ ਨੇ, ਉਹਨਾਂ ਦੀਆਂ ਸੰਸਥਾਵਾਂ ਨੇ, ਉਹਨਾਂ ਦੇ ਆਪਣੇ ਨਿਯਮ ਨੇ। ਉਹ ਜਿਹੜੇ ਉਹਨਾਂ ਦੇ ਆਪਣੇ ਨਿਯਮ ਨੇ, ਉਹਨਾਂ ਨੂੰ ਅਸੀਂ ਇੰਨੀ ਬੁਰੀ ਤਰ੍ਹਾਂ ਫੋਲੋ ਕਰਦੇ ਹਾਂ। ਕਿਉਂ ਫੋਲੋ ਕਰਦੇ ਹੈਗੇ ਆ? ਕਿ ਉਹ ਸੰਸਥਾਵਾਂ ਸਾਨੂੰ ਹਿਪਨੋਟਾਈਜ਼ ਕਰਦੀਆਂ, ਜਾਂ ਕਹਿ ਲਈ ਸਾਨੂੰ ਢਾਲ ਲੈਂਦੀਆਂ, ਜਾਂ ਕਹਿ ਲਈ ਸਾਨੂੰ ਕੰਡੀਸ਼ਨ ਕਰ ਲੈਂਦੀਆਂ, ਜਾਂ ਕਹਿ ਲਓ ਕਿ ਸਾਨੂੰ ਸੰਸਕਾਰਿਤ ਕਰ ਦਿੰਦੀਆਂ। ਉਹ ਸੰਸਕਾਰਿਤ ਕੀਤੇ ਹੋਏ ਅਸੀਂ ਇੱਕ ਤਰਫ ਉਲਟ ਜਾਂਦੇ ਹੈਗੇ ਆ ਅਤੇ ਸਮਝਦੇ ਹੈਗੇ ਆ ਕਿ ਸਿਰਫ ਇਹੀ ਇੱਕ ਜਿਹਨੇ ਸਾਨੂੰ ਇਹ ਸੰਸਕਾਰਿਤ ਕੀਤਾ ਸੰਸਥਾ ਨੇ, ਇਹ ਸੁਪਰੀਮ ਆ। ਇਹ ਜਿਵੇਂ ਕੰਪੋਲੀਟੀਕਲ ਸਟਰਕਚਰ ਅਸੀਂ ਸਮਝਦੇ ਕਿ ਨੈਗੇਟਿਵ ਫੋਰਸ, ਰਜਸ ਫੋਰਸ, ਕਿੱਸਾ ਕੋਤਾ ਇਹ ਕਿ ਇੱਕ ਤਾਂ ਏਜੰਟ ਹੋ ਗਏ ਇਸ ਨੈਗੇਟਿਵ ਫੋਰਸ ਦੇ, ਤੇ ਇੱਕ ਅਸਲੀ ਏਜੰਟ ਨੇ ਉਸ ਪਰਮ। ਵੈਸੇ ਤਾਂ ਸਾਰੇ ਪਰਮ ਸ਼ਕਤੀ ਦੇ ਏਜੰਟ ਨੇ,
ਪਰ ਉਹਨਾਂ ਵਿੱਚੋਂ ਇੱਕ ਏਜੰਟ ਇਸ ਨੈਗੇਟਿਵ ਫੋਰਸ ਦੇ ਬਣ ਜਾਂਦੇ ਨੇ। ਇੱਕ ਮੈਨੂੰ ਡਾਕਟਰ ਸਾਹਿਬ ਹੋਰ ਦੱਸੋ, ਮੰਨ ਲਓ ਕੋਈ ਮੈਂ ਐਕਸ਼ਨ ਕਰਦਾ ਜਾਂ ਤੁਸੀਂ ਕਹਿੰਦੇ ਪ੍ਰਮਾਤਮਾ ਕਰਾਉਂਦਾ ਸਾਡੇ ਤੋਂ, ਹਾਂਜੀ ਮੈਨੂੰ ਪਤਾ ਹੈ ਜੇ ਮੈਂ ਐਕਸ਼ਨ ਕਰਾਂਗਾ ਤੁਸੀਂ ਜਾਂ ਤੁਹਾਡਾ ਗਰੁੱਪ ਜਾਣਬੁੱਝ ਕੇ ਇਰੀਟੇਟ ਹੋਏਗਾ, ਤੁਸੀਂ ਰੈਸੀਪ੍ਰੋਕੇਟ ਕਰੋਗੇ, ਇਰੀਟੇਟ ਹੋਗੇ। ਮਤਲਬ ਜਿਹੜੇ ਇਰੀਟੈਂਟਸ ਜਿਨ੍ਹਾਂ ਨੂੰ ਹੋਣਾ ਹੈਗਾ ਉਹਨਾਂ ਲੋਕਾਂ ਦੀ ਇਹ ਨਹੀਂ ਕੋਈ ਸਾਵਧਾਨੀ ਹੈ ਵੀ ਇਹ ਜਾਣਬੁੱਝ ਕੇ ਪ੍ਰਵੋਕ ਕਰ ਰਿਹਾ? ਦੇਖੋ ਫਿਰ ਸਮਾਜਿਕ ਤੌਰ ਤੇ ਉਹਨੂੰ ਕਿੱਦਾਂ ਡੀਲ ਕੀਤਾ ਜਾਵੇ? ਇਹਦਾ ਇੱਕ ਫਿਰ ਮੈਂ ਗਹਿਰਾਈ ਵਿੱਚ ਥੋੜ੍ਹਾ ਜਿਹਾ ਇਹਦਾ ਜਵਾਬ ਤੁਹਾਨੂੰ ਦੇਣਾ ਚਾਹਾਂਗਾ ਹਾਂਜੀ। ਕਿ ਮਨੁੱਖੀ ਜੀਵਨ ਦਾ ਟੋਟਲ ਵਰਤਾਰਾ ਪ੍ਰਤੀਕਰਮ ਦਾ ਵਰਤਾਰਾ ਹੈ, ਜੀ ਜੀ, ਰਿਐਕਸ਼ਨ ਦਾ ਵਰਤਾਰਾ ਹੈ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਜੀਵਨ ਬਤੀਤ ਕਰਦੇ ਹਾਂ ਦੈਟ ਇਜ਼ ਆਊਟ ਆਫ ਰਿਐਕਸ਼ਨ। ਰਿਐਕਟ ਕਰਦੇ ਹਾਂ, ਹਰ ਚੀਜ਼ ਨੂੰ ਰਿਐਕਟ ਕਰਦੇ ਹਾਂ। ਦੂਜਾ ਵਿਅਕਤੀ ਕੁਝ ਕਹਿੰਦਾ ਉਹਨੂੰ ਅਸੀਂ ਰਿਐਕਟ ਕਰਦੇ ਹਾਂ, ਦੂਜਾ ਵਿਅਕਤੀ ਕੋ ਕਰਮ ਕਰਦਾ ਉਹਨੂੰ ਅਸੀਂ ਰਿਐਕਟ ਕਰਦੇ ਹੈਗੇ। ਉਹ ਸਾਡਾ ਵੀ ਉਹੀ ਕਰਮ ਬਣ ਜਾਂਦਾ ਹੈਗਾ। ਕਈ ਵਾਰੀ ਹਿੰਸਾ ਤੇ ਵੀ ਉਤਰ ਆਉਂਦੇ ਹਾਂ, ਉਹ ਵੀ ਦੈਟ ਇਜ਼ ਆਊਟ ਆਫ ਰਿਐਕਸ਼ਨ। ਅੰਡਰਸਟੈਂਡਿੰਗ ਨਹੀਂ ਹੈ ਜਿਸ ਗੱਲ ਦੀ ਮੈਂ ਗੱਲ ਕਰ ਰਿਹਾ ਹਾਂ। ਵਾਸਤਵਿਕ ਧਰਮ ਦਾ ਉੱਪਰ ਜ਼ੋਰ ਮੇਰਾ ਕਿਉਂ ਐਮਫੈਸਿਸ ਹੈ, ਸੱਚੇ ਧਰਮ ਦੇ ਉੱਪਰ ਕਿਉਂ ਐਮਫੈਸਿਸ ਹੈ, ਆਪਾਂ ਇਹਨੂੰ ਹੋਰ ਵੀ ਮੈਂ ਡਿਸਕਸ ਕਰਾਂਗਾ ਕਿ ਇਫ ਜੇ ਵਿਅਕਤੀ ਸਮਝ ਆਵੇ ਦਾ ਡਿਫਰੈਂਸ ਬਿਟਵੀਨ ਸਤ ਐਂਡ ਮਤ। ਸਤ ਮੀਨਸ ਸੱਤਿਆ, ਜਿਸ ਦੀ ਸੱਤਾ ਹੈ, ਆਲਮਾਈਟੀ ਦੀ ਸੱਤਾ ਹੈ, ਉਹ ਸਤ ਹੈ, ਅੰਤਮ ਸੱਚ ਹੈ। ਉਹਦਾ ਅਹਿਸਾਸ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ, ਉਸਦੇ ਅਹਿਸਾਸ ਦੀ ਵਿਆਖਿਆ ਨਹੀਂ ਹੋ ਸਕਦੀ। ਲੇਕਿਨ ਫਿਰ ਵੀ ਕੁਝ ਲੋਕ ਜਦੋਂ ਉਸ ਦਾ ਅਹਿਸਾਸ ਕਰਦੇ ਨੇ, ਬੋਲਿਆ ਤੇ ਨਹੀਂ ਜਾ ਸਕਦਾ, ਪਹਿਲਾਂ ਉਸ ਦਾ ਕੋਈ ਅਹਿਸਾਸ ਹੀ ਨਹੀਂ ਕਰਦਾ ਉਸ ਅਲਟੀਮੇਟ ਸੱਚ ਦਾ। ਲੇਕਿਨ ਅਗਰ ਕੁਝ ਲੋਕ ਉਹਦਾ ਅਹਿਸਾਸ ਕਰਦੇ ਨੇ ਤੇ ਫਿਰ ਉਸ ਸ਼ਬਦ ਦਾ ਵੀ ਇਸਤੇਮਾਲ ਕਰਦੇ ਨੇ, ਫਿਰ ਉਹ ਮਨ ਦਾ ਵੀ ਇਸਤੇਮਾਲ ਕਰਦੇ ਨੇ, ਲੋਕਾਂ ਤੱਕ ਆਪਣੀ ਉਹ ਮਤ ਓਪੀਨੀਅਨ, ਉਸ ਸੱਚ ਪ੍ਰਤੀ ਆਪਣਾ ਓਪੀਨੀਅਨ ਪਹੁੰਚਾਉਣ ਵਾਸਤੇ ਆਪਣੀ ਉਹ ਗੱਲਬਾਤ ਕਰਦੇ ਨੇ। ਉਹਨੂੰ ਅਸੀਂ ਕਹਿੰਦੇ ਹਾਂ ਮਤ। ਡਿਫਰੈਂਸ ਬਿਟਵੀਨ ਸੱਤ ਐਂਡ ਮਤ, ਇਹਦੀ ਸਮਝ ਆ ਜਾਏ ਤਾਂ ਬਹੁਤ ਸਾਰੇ ਝਗੜੇ ਹੱਲ ਹੋ ਸਕਦੇ ਨੇ। ਕਿਉਂਕਿ ਸਾਡੀ ਲੜਾਈ ਜਿਹੜੀ ਹੈਗੀ ਆ, ਜਿੱਥੇ ਹੁਣ ਸੱਚ ਦਾ ਸੰਬੰਧ ਹੈਗਾ ਆ, ਸੱਚ ਹੈ ਅਹਿਸਾਸ, ਨਿਰਸ਼ਬਦ ਐਂਡ ਆਮਨੀ ਅਵਸਥਾ, ਬੁਝਾਉਣ ਦਾ ਮਾਈਂਡ ਅਵਸਥਾ, ਉਹ ਸੱਚ ਹੈ, ਅੰਤਮ ਸੱਚ ਦਾ ਅਹਿਸਾਸ ਹੈ। ਮਤ ਹੈ ਸ਼ਬਦ, ਸ਼ਬਦ ਰਾਹੀਂ ਬੋਲ ਕੇ ਦੱਸਣਾ, ਐਂਡ ਮਨੀ ਅਵਸਥਾ। ਇਸ ਲਈ ਜਿਹੜਾ ਅਲਟੀਮੇਟ ਸਾਡਾ ਨੁਕਸਾਨ ਕੀ ਹੋਇਆ ਸੋਸਾਇਟੀ ਦੇ ਵਿੱਚ ਕਿ ਸੱਤ ਨੂੰ ਅਸੀਂ ਭੁੱਲ ਗਏ। ਸਾਡੀ ਲੜਾਈ ਇਹ ਸ਼ਬਦ ਦੀ ਤੇ ਮਤ ਦੀ ਆ। ਟੋਟਲ ਮਾਡਰਨ ਸੋਸਾਇਟੀ ਦੀ ਜਿਹੜੀ ਲੜਾਈ ਹੈਗੀ ਆ, ਉਹ 4-5 ਮਤ ਨੇ, ਕਮਿਊਨਲ ਸੈਕਟਸ ਨੇ। ਇਹਨਾਂ ਦੇ ਮਤ ਮੀਨਸ ਓਪੀਨੀਅਨ, ਇਹ ਪੈਗੰਬਰਾਂ ਦੇ, ਇਹ ਗੁਰੂਆਂ ਦਾ ਉਸ ਅੰਤਮ ਸੱਚ ਪ੍ਰਤੀ ਜੋ ਓਪੀਨੀਅਨ ਸੀ, ਜਿਹੜੇ ਤਾਂ ਹੁਣ ਭਾਰਤੀ ਜਿਹੜਾ ਦਰਸ਼ਨ ਹੈਗਾ ਆ, ਜਾਂ ਅਸੀਂ ਜਿਹਨੂੰ ਅਸੀਂ ਸਨਾਤਨ ਕਹਿੰਦੇ ਹੈਗੇ ਆ, ਉਹਦੀ ਖੂਬਸੂਰਤੀ ਇਹ ਆ ਕਿ ਭਾਰਤੀ ਦਰਸ਼ਨ ਦਾ ਜੋ ਸੁਪਰੀਮੋ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਆ। ਭਗਵਾਨ ਸ਼੍ਰੀ ਕ੍ਰਿਸ਼ਨ ਇੱਕ ਸੰਪੂਰਨ ਅਵਤਾਰ ਹੈ। ਐਂਡ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਵਰਗਾ ਸੰਪੂਰਨ ਅਵਤਾਰ ਕਹਿੰਦਾ ਕਿ ਹੇ ਅਰਜਨ, ਇਹ ਮੇਰਾ ਮਤ ਹੈ, ਇਹ ਜੋ ਅੰਤਮ ਸੱਚ ਹੈ ਉਸ ਦੇ ਪ੍ਰਤੀ ਮੈਂ ਤੈਨੂੰ ਆਪਣਾ ਮਤ ਦੱਸਿਆ। ਜਿਹੜਾ ਅੰਤਮ ਸੱਚ ਆ ਉਹ ਤੂੰ ਖੁਦ ਜਾਣਨਾ, ਮੇਰੇ ਦੱਸੇ ਹੋਏ ਤੈਨੂੰ ਇਹ ਸੱਚ ਦਾ ਅਹਿਸਾਸ ਨਹੀਂ ਹੋਣਾ, ਇਹ ਮੇਰਾ ਅਹਿਸਾਸ ਆ। ਉਹਦੇ ਵਿੱਚੋਂ ਮੈਨੂੰ ਇਹ ਸ਼ਬਦ ਬੋਲਣੇ ਪੈ ਰਹੇ ਹੈਗੇ ਆ, ਜਿਸ ਕਰਕੇ ਇਹ ਮੇਰਾ ਓਪੀਨੀਅਨ ਆ, ਇਹ ਮੇਰਾ ਮਤ ਹੈ। ਬਹੁਤ ਪਤੇ ਦੀ ਗੱਲ ਕੀਤੀ। ਲੇਕਿਨ ਤੈਨੂੰ ਇਹ ਅੰਤਮ ਸੱਚ ਜੇ ਤੋਂ ਮੈਂ ਜਾਣੂ ਹੈਗਾ ਆ, ਉਹ ਤੈਨੂੰ ਖੁਦ ਜਾਣਨਾ ਪਵੇਗਾ। ਉਸ ਅੰਤਮ ਸੱਚ ਨੂੰ ਜਾਣਨ ਵਾਸਤੇ ਮੈਂ ਤੈਨੂੰ ਆ ਕੁਝ ਟੈਕਨੀਕ ਦੱਸ ਰਿਹਾ। ਇਹਨਾਂ ਦਾ ਅਭਿਆਸ ਕਰ। ਅਭਿਆਸ ਕਰੇਗਾ ਤੇ ਤੂੰ ਡਿਟੈਚਮੈਂਟ ਨੂੰ ਪ੍ਰਾਪਤ ਹੋ ਜਾਏਗਾ, ਵਿਰਾਗ। ਭਾਰਤੀ ਦਰਸ਼ਨ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਆ, ਅਭਿਆਸ ਐਂਡ ਵਿਰਾਗਿਆ। ਵਿਰਾਗ, ਡਿਟੈਚਮੈਂਟ। ਇੱਕ ਟੈਕਨੀਕ ਦਾ ਲਗਾਤਾਰ ਤੁਸੀਂ ਅਭਿਆਸ ਕਰੋਗੇ ਤਾਂ ਜਿਸ ਚੀਜ਼ ਨੇ ਤੁਹਾਨੂੰ ਪਕੜਿਆ ਆ ਤੁਸੀਂ ਉਹ ਤੋਂ ਛੁੱਟ ਜਾਓਗੇ। ਇਹ ਕਹਿੰਦੇ ਕਿ ਮੇਰੀ ਇਸ ਮਤ ਨੂੰ ਸਮਝ, ਇਹ ਅੰਤਮ ਸੱਚ ਨਹੀਂ। ਜੇ ਅਗਰ ਭਾਰਤੀ ਦਰਸ਼ਨ ਦਾ ਜਿਹੜਾ ਕਿਸੇ ਸਰਵੇ ਸਰਵਾ ਹੈ ਥਰੂ ਆਊਟ ਦਾ ਵਰਲਡ ਅਸੀਂ ਕੰਸੀਡਰ ਕਰਦੇ ਹਾਂ ਕ੍ਰਿਸ਼ਨਾ ਕੰਸ਼ੀਅਸਨੈਸ, ਭਗਵਾਨ ਸ਼੍ਰੀ ਕ੍ਰਿਸ਼ਨ ਨੂੰ, ਉਹ ਆਖ ਰਹੇ ਨੇ ਕਿ ਇਹ ਮੇਰਾ, ਇਹਨੂੰ ਸੱਚ ਮਤ ਮੰਨੀ, ਇਹ ਮੇਰਾ ਮਤ ਆ, ਮੇਰਾ ਓਪੀਨੀਅਨ ਆ, ਸੱਚ ਤੈਨੂੰ ਅਹਿਸਾਸ ਕਰਨਾ ਪਏਗਾ। ਹੁਣ ਹੋਇਆ ਕੀ, ਇਹ ਤਾਂ ਹਿੰਦੂ ਦਰਸ਼ਨ ਨਹੀਂ ਕਹਿੰਦਾ ਨਾ, ਇਹ ਭਾਰਤੀ ਸਾਂ। ਉਹਦੇ ਵਿੱਚੋਂ ਜਿੰਨੇ ਵੀ ਬਾਅਦ ਦੇ ਵਿੱਚ ਗੁਰੂ ਹੋਏ, ਚਾਹੇ ਮਹਾਂਵੀਰ ਜੈਨ ਹੋਏ, ਚਾਹੇ ਬੁੱਧ ਹੋਏ, ਜੀਸਸ ਹੋਏ, ਹਿੰਦੂ ਮੁਹੰਮਦ ਸਾਹਿਬ ਹੋਏ, ਐਂਡ ਸਿੱਖੀਜ਼ਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਹੋਏ, ਇਹਨਾਂ ਸਾਰਿਆਂ ਦੇ ਮਤ ਨੇ।
ਇਹ ਮਤ ਉਸ ਗ੍ਰੰਥ ਵਿੱਚ ਪਏ ਨੇ। ਇਟ ਮੀਨਸ ਕਿ ਇਹਨਾਂ ਗ੍ਰੰਥਾਂ 'ਚੋਂ ਇਸ਼ਾਰੇ ਤਾਂ ਮਿਲ ਸਕਦੇ ਹੈਗੇ ਆ ਉਸ ਅੰਤਮ ਸੱਚ ਲਈ, ਉਸ ਪਰਮ ਚੇਤਨਾ ਦੇ ਅਹਿਸਾਸ ਲਈ, ਲੇਕਿਨ ਜਦ ਤੱਕ ਇਹ ਸ਼ਬਦ ਹੈ ਉਦ ਤੱਕ ਮਨ ਹੈ। ਗ੍ਰੰਥ ਸ਼ਬਦ ਨੇ, ਇਹ ਮਨ ਤੱਕ ਸੀਮਿਤ ਰਹਿਣਗੇ। ਇੱਥੋਂ ਵਿੱਚੋਂ ਤੁਸੀਂ ਸੇਧ ਲੈ ਸਕਦੇ ਹੋ, ਇਸ਼ਾਰੇ ਮਿਲ ਸਕਦੇ ਨੇ, ਲੇਕਿਨ ਅੰਤਮ ਸੱਚ ਤੁਹਾਨੂੰ ਖੁਦ ਇਸ ਤੋਂ ਅੱਗੇ ਜਾਣਾ ਹੋਵੇਗਾ। ਉਹਦੇ ਵਾਸਤੇ ਨਿਰਸ਼ਬਦ ਹੋਣਾ ਹੋਵੇਗਾ, ਉਹਦੇ ਵਾਸਤੇ ਆਮਨੀ ਅਵਸਥਾ 'ਚ ਜਾਣਾ ਹੋਵੇਗਾ। ਉਹ ਅੱਗੇ ਟੈਕਨੀਕ ਨੇ, ਉਹ ਟੈਕਨੀਕ ਦੀ ਕਿਸ ਤਰੀਕੇ ਨਾਲ ਟੈਕਨੀਕ ਅਪਣਾਏ ਜਾਣ, ਕਿਉਂਕਿ ਮਨੁੱਖ ਦੀਆਂ ਸਾਈਕੋਲੋਜੀਕਲ ਟਾਈਪ ਵੱਖੋ ਵੱਖਰੀਆਂ ਨੇ। ਇੱਕ ਸਾਈਕੋਲੋਜੀਕਲ ਟਾਈਪ ਹੈ ਵਿਚਾਰ ਦੀ, ਦੂਸਰੀ ਸਾਈਕੋਲੋਜੀਕਲ ਟਾਈਪ ਹੈ ਭਾਵ ਦੀ, ਤੀਸਰੀ ਸਾਈਕੋਲੋਜੀਕਲ ਟਾਈਪ ਹੈ ਕਰਮ ਦੀ, ਚੌਥੀ ਵੀ ਸਾਈਕੋਲੋਜੀਕਲ ਟਾਈਪ ਹੈ ਜਿਹਦੇ ਵਿੱਚ ਸਾਰਿਆਂ ਨੂੰ ਵੇਚਣ ਵਾਲਾ ਵੀ ਇੱਕ ਵਰਗ ਹੈਗਾ ਜਿਹਨੂੰ ਵੈਸ਼ਿਆ ਕਹਿੰਦੇ ਆ। ਉਹ ਸਮਝ ਵੀ ਵੇਚ ਜਾਂਦਾ, ਵਿਚਾਰ ਵੀ ਵੇਚ ਜਾਂਦਾ, ਭਾਵ ਵੀ ਵੇਚ ਜਾਂਦਾ, ਕਰਮ ਵੀ ਵੇਚ ਜਾਂਦਾ, ਜਿਹੜਾ ਕਿ ਇਸ ਵੇਲੇ 99% ਵਰਲਡ ਦੀ ਪਾਪੂਲੇਸ਼ਨ ਉਸ ਵਰਗ ਨੂੰ। ਇਹ ਵੱਖੋ ਵੱਖਰੇ ਸਾਈਕੋਲੋਜੀਕਲ ਟਾਈਪਸ ਨੇ, ਇਹਨਾਂ ਦੇ ਵੱਖੋ ਵੱਖਰੇ ਟੈਕਨੀਕਸ ਨੇ। ਕਾਹਦੇ ਲਈ? ਉਸ ਅੰਤਮ ਸੱਚ ਦੇ ਅਹਿਸਾਸ ਲਈ। ਪਰ ਜਿਹੜੇ ਆਮ ਲੋਕੀ ਜਾਂ ਜਿਹੜੇ ਇਸ ਤਰ੍ਹਾਂ ਦੇ ਜਿਹੜਾ ਬਿਹੇਵ ਕਰਦੇ ਹੈਗੇ ਆ, ਉਹਨਾਂ ਦੀ ਚੇਤਨਾ ਉਨੀ ਨਹੀਂ ਹੁੰਦੀ ਹੈਗੀ, ਕਿਉਂਕਿ ਅਲਟੀਮੇਟਲੀ ਪਰਮਾਤਮਾ ਤਾਂ ਇੱਕ ਹੀ ਹੈ, ਚਾਹੇ ਜਿਹਨੂੰ ਮਰਜ਼ੀ। ਮੈਂ ਉੱਧਰ ਨੂੰ ਆ ਰਿਹਾ, ਉਸ ਥਾਂ ਤੇ ਮੈਂ ਆ ਰਿਹਾ। ਮੈਂ ਥੋੜ੍ਹੀ ਜਿਹੀ ਤੁਹਾਨੂੰ ਇਹਦੀ ਭੂਮਿਕਾ ਦੱਸੀ ਸੀਗੀ ਜੀ ਸਮਾਜ ਵਿੱਚ ਕਿੱਥੇ ਪੁਆੜੇ ਪੈਂਦੇ ਨੇ ਜੀ। ਲੇਕਿਨ ਉਹ ਜਿਹੜੀ ਇੱਕ ਕਲਚਰਲ ਕੰਡੀਸ਼ਨਿੰਗ ਹੈ, ਮਨੁੱਖ ਨੂੰ ਸੰਸਕਾਰਿਤ ਕੀਤਾ ਜਾਂਦਾ, ਮਨੁੱਖ ਨੂੰ ਢਾਲਿਆ ਜਾਂਦਾ, ਮੋਲਡ ਕੀਤਾ ਜਾਂਦਾ ਪੋਲੀਟੀਕਲ ਸੁਪਰਸਟਰਕਚਰ ਥੱਲੇ ਤੇ ਉਹਦੀਆਂ ਸੰਸਥਾਵਾਂ ਥੱਲੇ। ਉਹਦੇ ਵਿੱਚ ਉਹ ਸੰਸਾਰਕ ਜੋ ਵੀ ਨਿਯਮ ਹੈ ਉਹ ਇੱਕ ਆਪਣੇ ਏਜੰਟ ਖੜੇ ਕਰ ਲੈਂਦਾ। ਗਹਿਰਾਈ ਵਿੱਚ ਉਹ ਏਜੰਟ ਉਹਦੇ ਹੀ ਆ, ਪਰਮ ਸ਼ਕਤੀ ਦੇ, ਪਰ ਉਹਨੂੰ ਉਹ ਇੱਕ ਮਿਸਕਨਸੈਪਸ਼ਨ ਹੋ ਜਾਂਦੀ ਹੈਗੀ ਆ। ਉਹ ਸੱਚ ਨੂੰ ਅਲਟੀਮੇਟਲੀ ਜਿਹੜੀ ਸ਼ਕਤੀ ਹੈਗੀ ਆ ਉਹਨੂੰ ਭੁਲਾ ਦਿੱਤਾ ਜਾਂਦਾ। ਉਹਨੂੰ ਅਸੀਂ ਕਹਿੰਦੇ ਆ ਫਾਰਗੇਟਫੁਲਨੈਸ ਜਾਂ ਮਨੁੱਖ ਦੀ ਬੇਹੋਸ਼ੀ। ਸੰਸਾਰ ਜਾ ਕੇ ਮਨੁੱਖ ਨੂੰ ਇਸ ਕਦਰ ਬੇਹੋਸ਼ ਕੀਤਾ ਜਾਂਦਾ ਹੈਗਾ ਆ ਕਿ ਉਹਨੂੰ ਸਮਝ ਨਹੀਂ ਪੈਂਦੀ ਕਿ ਮੈਂ ਪਰਮ ਚੇਤਨਾ ਦਾ ਏਜੰਟ ਆ ਕਿ ਮੈਂ ਪੋਲੀਟੀਸ਼ੀਅਨਾਂ ਦਾ ਏਜੰਟ ਆ। ਜਾਂ ਆਮ ਭਾਸ਼ਾ ਵਿੱਚ ਕਰਵਾਈ ਮਾਇਆ ਵੀ ਕਹਿ ਦਿੰਦੇ ਆ, ਮਾਇਆ ਜਾਂ ਬਸ ਪਰਮ ਸੱਚ ਪਰਮਾਤਮਾ ਵਿੱਚ ਇੱਕ ਦੁਆਰ ਹੈ। ਤਾਂ ਕਨਸੈਪਟ ਵੱਖਰਾ ਅਜੇ ਨਹੀਂ ਜਾਂਦੇ। ਠੀਕ ਹੈ, ਮੈਂ ਸਿਰ ਇਹਨਾਂ ਕਹਾ ਕਿ ਆ ਜੋ ਵੀ ਸਮਾਜ ਵਿੱਚ ਵਾਪਰਿਆ ਬੈਕਗਰਾਉਂਡ ਤੇ ਬੇਸ਼ੱਕ ਉਸ ਆਦਿ ਸ਼ਕਤੀ ਦੀ ਹੀ ਹਦਾਇਤਾਂ ਨੇ। ਇਹ ਉਹਨੇ ਆਪਣਾ ਸੰਤੁਲਨ ਕਾਇਮ ਰੱਖਣਾ ਹੁੰਦਾ, ਲੇਕਿਨ ਇਹ ਇੱਕ ਜਿਹੜੀ ਮਨੁੱਖ ਦੀ ਫਾਰਗੇਟਫੁਲਨੈਸ ਹੈ ਜਾਂ ਉਹਦਾ ਇੱਕ ਮਿਸਕਨਸੈਪਸ਼ਨ ਹੈ ਕਿ ਇਹ ਮੈਨੂੰ ਪੋਲੀਟੀਸ਼ੀਅਨ ਜਾਂ ਪੋਲੀਟੀਕਲ ਸੁਪਰਸਟਰਕਚਰ ਜਿਹਦੀਆਂ ਸਾਰੀਆਂ ਹੋਈਆਂ ਸੰਸਥਾਵਾਂ ਮੈਨੂੰ ਚਲਾ ਰਹੀਆਂ ਨੇ, ਇਹ ਇੱਕ ਐਡਾ ਵੱਡਾ ਭੁਲੇਖਾ ਹੈ ਜਿਹਨੂੰ ਅਸੀਂ ਮਨੁੱਖ ਦੀ ਬੇਹੋਸ਼ੀ ਕਹਿੰਦੇ ਹਾਂ। ਐਂਡ ਅਧਰਮ ਦੀ ਬੁਨਿਆਦ ਇਹ ਹੈ। ਅੱਛਾ, ਇੱਕ ਮੈਂ ਥੋੜ੍ਹਾ ਜਿਹਾ ਤੁਹਾਨੂੰ ਸਮਾਜਿਕ ਤੌਰ 'ਤੇ ਜਾਂ ਐਡਮਿਨਿਸਟ੍ਰੇਸ਼ਨ ਪੁਆਇੰਟ ਆਫ ਵਿਊ ਨਾਲ, ਮੰਨ ਲਓ ਜਿੱਥੇ ਪਤਾ ਲੱਗੇ ਵੀ ਇਸ ਤਰ੍ਹਾਂ ਕੁਛ ਹੋ ਜਾਣਾ ਹੈਗਾ, ਹਰ ਜ਼ਿਲ੍ਹੇ ਵਿੱਚ ਐਡਮਿਨਿਸਟ੍ਰੇਸ਼ਨ ਬੈਠੀ ਹੈ, DC SSP ਗਵਰਨਮੈਂਟ ਦੇ ਰਿਪਰੈਜ਼ੈਂਟੇਟਿਵ ਬੈਠੇ, ਕੁਛ ਉਹਨਾਂ ਦੀ ਵੀ ਪ੍ਰਾਇਰ ਪਲੈਨਿੰਗ ਦੀ ਜ਼ਰੂਰਤ ਇੱਦਾਂ ਦੀ। ਮੈਂ ਉੱਧਰ ਨੂੰ ਆ ਰਿਹਾ। ਇਹ ਜਿਹੜੀਆਂ ਸੰਸਥਾਵਾਂ ਨੇ ਇਹ ਉਸ ਸ਼ੈਤਾਨ ਦੀਆਂ, ਉਸ ਰਜਸ ਫੋਰਸ ਦੀਆਂ, ਉਸ ਨੈਗੇਟਿਵ ਫੋਰਸ ਦੀਆਂ ਉਹਨਾਂ ਦੇ ਇਹ ਉਸਾਰੀਆਂ ਹੋਈਆਂ ਨੇ। ਇਹ ਅੱਗਿਓਂ ਇੱਕ ਗੱਲ ਮੇਰੀ ਯਾਦ ਰੱਖਿਓ, ਆਪਾਂ ਹੁਣ ਇਸ ਪਾਸੇ ਨੂੰ ਆਉਂਦੇ ਹਾਂ। ਜਿਤਨੀਆਂ ਵੀ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਵੀ ਅੰਦੋਲਨ ਉੱਠਦੇ ਨੇ, ਕੋਈ ਵੀ ਵਿਅਕਤੀ ਪ੍ਰੋਟੈਸਟ ਕਰਦੇ ਨੇ, ਜਿਹੜੀ ਰੂਲਿੰਗ ਕਲਾਸ ਹੈ, ਕੋਈ ਰੂਲਿੰਗ ਕਲਾਸ ਹੋਵੇ, ਉਸ ਦੀ ਸਰਪ੍ਰਸਤੀ ਤੋਂ ਬਗੈਰ, ਉਸ ਦੀ ਸਪੋਰਟ ਤੋਂ ਬਗੈਰ ਕੋਈ ਮੂਵਮੈਂਟ ਨਹੀਂ ਚੱਲ ਸਕਦੀ। ਇਹ ਮੇਰਾ ਐਨਾਲਿਸਿਸ ਆ। ਚਾਹੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ, ਮੈਂ ਕਹਿੰਦਾ ਇਸ ਸਪੋਰਟ ਹੀ ਉਹ ਜਿੱਦਣ ਚਾਹੇ ਇਹ ਪੋਲੀਟੀਕਲ ਸੁਪਰਸਟਰਕਚਰ ਇੰਨੀ ਪਾਵਰਫੁਲ ਹੁੰਦੀ ਹੈਗੀ ਆ, ਜਿੱਦਣ ਚਿੱਤ ਕਹੇ ਜਿਹਨੂੰ ਮਰਜ਼ੀ ਤਬਾਹ ਕਰ ਦੇਵੇ। ਲੇਕਿਨ ਇਹਨਾਂ ਦੀ ਜਿਹੜੀ ਸਰਪ੍ਰਸਤੀ ਹੈ, ਇਹਨਾਂ ਦੀ ਜਿਹੜੀ ਸਪੋਰਟ ਹੈ, ਹਰ ਪ੍ਰਕਾਰ ਦੀ ਸਪੋਰਟ, ਐਜੀਟੇਸ਼ਨ ਕਰਨ ਵਾਲਿਆਂ ਨੂੰ ਕੁਛ ਨਹੀਂ ਪਤਾ ਹੁੰਦਾ। ਮੈਂ ਤੁਹਾਨੂੰ ਇੱਕ ਥੋੜ੍ਹੀ ਜਿਹੀ ਮਿਸਾਲ ਤਾਮਿਲਾਂ ਦੀ ਮੂਵਮੈਂਟ ਦੀ ਦਿੰਦਾ, LTTE ਦੀ। ਪਹਿਲਾਂ ਉਹਨੂੰ ਸਪੋਰਟ ਹਿੰਦੁਸਤਾਨ ਦੀ ਸਰਕਾਰ ਤੇ ਸ਼੍ਰੀਲੰਕਾ ਸਰਕਾਰ ਨੇ ਉਹਨੂੰ ਸਪੋਰਟ ਕੀਤਾ, ਬਿਲਕੁਲ ਠੀਕ ਹੈ, ਪੀਕ ਤੇ ਪਹੁੰਚਾਤਾ। ਐਡੀ ਤਕੜੀ ਮੂਵਮੈਂਟ ਜਿਹਦੇ ਕਿ ਇੰਟਰਨੈਸ਼ਨਲ ਅਫੀਲੀਏਸ਼ਨ ਮਿਲਣ ਲੱਗ ਪਈਆਂ, ਰਿਕਗਨੀਸ਼ਨ ਮਿਲਣ ਲੱਗ ਪਈ, ਏਅਰਲਾਈਨ ਉਸਰ ਗਈਆਂ, ਪੁੱਛੋ ਨਾ ਜਾਫਨਾ 'ਚ ਕੀ ਕੁਛ ਹੋ ਰਿਹਾ ਸੀਗਾ। ਜਿੱਦਣ ਸਟੇਟ ਨੇ ਦੇਖਿਆ ਕਿ ਵੀ ਹੁਣ ਇਹ ਗੱਲਬਾਤ ਨਹੀਂ ਬਣਦੀ, ਮਹੀਨਾ ਨਹੀਂ ਲੱਗਾ, ਕ੍ਰਸ਼ ਕਰ ਦਿੱਤਾ।
ਛੱਡੋ ਹੋਰ ਗੱਲ ਨੂੰ। 81 ਤੋਂ ਲੈ ਕੇ 91 ਤੱਕ ਪੰਜਾਬ ਦੀ ਜਿਹੜੀ ਮੂਵਮੈਂਟ ਸੀਗੀ, ਜਿੱਦਣ ਨਰਸਿਮਹਾ ਰਾਓ ਸੈਂਟਰ ਵਿੱਚ ਸਰਕਾਰ 'ਚ ਆਉਂਦੇ ਨੇ, ਆ ਤੁਸੀਂ ਹੁਣ ਮੀਡੀਆ ਚੁੱਕੋ ਤਾਂ ਲੋਕੀ KPS ਗਿੱਲ ਦੀ ਮਹਿਮਾ ਕਰੀ ਜਾਂਦੇ ਹੈਗੇ ਆ ਕਿ ਇਹਨੇ ਆ ਮੰਨਿਆ ਉਹ ਇੱਕ ਆਪਣੇ ਤਰੀਕੇ ਨਾਲ ਬੜਾ ਕਾਮਯਾਬ ਐਡਮਿਨਿਸਟ੍ਰੇਟਰ ਸੀਗਾ, ਲੇਕਿਨ ਉਹ ਵੀ ਕੁਛ ਨਹੀਂ ਸੀ ਕਰ ਸਕਦਾ ਜੇ ਸੈਂਟਰ ਤੋਂ ਨਰਸਿਮਹਾ ਰਾਓ ਉਹਨੂੰ ਫ੍ਰੀ ਹੈਂਡ ਨਾ ਦਿੰਦਾ। ਜਿੱਦਣ ਸੈਂਟਰ ਸਰਕਾਰ ਨੇ ਕਹਿਤਾ ਕਿ ਅੱਜ ਤੋਂ ਬਾਅਦ ਅਸੀਂ ਕਿਸੇ ਨਾਲ ਕੋਈ ਨੈਗੋਸ਼ੀਏਸ਼ਨ ਨਹੀਂ ਕਰਾਂਗੇ, ਅੱਜ ਤੋਂ ਬਾਅਦ ਅਸੀਂ ਕਿਸੇ ਨੂੰ ਕੋਈ ਸਪੋਰਟ ਨਹੀਂ ਕਰਾਂਗੇ, ਤੂੰ ਜਾ, ਤੈਨੂੰ ਮੈਂ ਖੁੱਲਾ ਹੱਥ ਦੇ ਦਿੱਤਾ। ਬਿਲਕੁਲ ਇਹ ਦਿਖਣੇ ਨਹੀਂ ਚਾਹੀਦੇ ਕੋਈ ਵੀ ਬੰਦੇ। ਜਦ ਸੈਂਟਰ ਸਪੋਰਟ ਬੰਦ ਹੋ ਗਈ ਤੇ ਮੂਵਮੈਂਟ ਆਪਣੇ ਆਪ ਹੀ ਖਤਮ ਹੋ ਜਾਣੀ ਸੀਗੀ। ਕ੍ਰੈਡਿਟ ਬੇਸ਼ੱਕ ਉਹ KPS ਗਿੱਲ ਬੇਅੰਤ ਸਿੰਘ ਲੈ ਗਏ, ਲੇਕਿਨ ਪਿੱਛੋਂ ਸਪੋਰਟ ਹੀ ਨਹੀਂ ਮਿਲ ਰਹੀ। ਮੈਂ ਤੁਹਾਨੂੰ 2 ਮਿਸਾਲਾਂ ਦਿੱਤੀਆਂ। ਸਿਮਿਲਰਲੀ ਥਰੂ ਆਊਟ ਦਾ ਵਰਲਡ ਅੱਜ ਜਿਨ੍ਹਾਂ ਨੂੰ ਹੁਣ ਅਸੀਂ ਇੱਕ 3 ਕੁੜੀਆਂ ਹੈਗੀਆਂ ਆ, ਰਾਣਾ ਅਯੂਬ, ਇੱਕ ਸਵਾ ਨਕਵੀ, ਇੱਕ ਕਿਹੜੀ ਹੈਗੀ ਆ, ਇੱਕ ਹੋਰ ਆ ਕੁਛ ਤੀਜੀ, ਇੱਦਾਂ ਦੇ ਇਸ ਹਿੰਦੁਸਤਾਨ ਦੇ ਵਿੱਚ ਲੋਕ ਭਰੇ ਪਏ ਆ। ਥਰੂ ਦਾ ਵਰਲਡ ਵੀ ਲੋਕ ਭਰੇ ਪਏ ਆ ਜਿਨ੍ਹਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਹਿਲਾਂ ਪਹੁੰਚ ਜਾਂਦੇ ਆ ਤੇ ਉਹ ਗੰਦ ਪਾਉਣ ਵਾਸਤੇ ਮਾੜਾ ਜਿਹਾ ਆਰਟੀਕਲ ਲਿਖ ਦਿੰਦੀ ਆ, ਜਾਂ ਟਵਿੱਟਰ ਤੇ ਕੁਝ ਦੇ ਦਿੰਦੀ ਆ, ਜਾਂ ਸੋਸ਼ਲ ਮੀਡੀਆ 'ਚ ਕੁਝ ਦੇ ਦਿੰਦੀ ਆ, ਐਂ ਲੋਕਾਂ ਨੂੰ ਅੱਗ ਲਾ ਦਿੰਦੀ ਆ। ਇਹ ਜਿਹੜੇ ਲੋਕ ਨੇ ਇਹ ਹੁਣ ਕਿਹਦੇ ਏਜੰਟ ਨੇ? ਨੈਗੇਟਿਵ ਫੋਰਸ ਦੇ ਏਜੰਟ ਨੇ। ਕਿਸੇ ਵੀ ਤੁਸੀਂ ਮੂਵਮੈਂਟ ਨੂੰ ਚੁੱਕ ਕੇ ਦੇਖ ਲਵੋ, ਨਕਸਲਾਈਟ ਮੂਵਮੈਂਟ ਹੈ ਹਿੰਦੁਸਤਾਨ ਦੀ, ਜਦ ਤੱਕ ਉਹਨੂੰ ਕਾਂਗਰਸ ਸਰਕਾਰ ਸਪੋਰਟ ਕਰਦੀ ਰਹੀ ਉਹ ਫੈਲਦਾ ਗਿਆ। ਹੋ ਗਿਆ ਕਿ 360 ਕਿ 370 ਡਿਸਟ੍ਰਿਕਟ ਜਿਹੜੇ ਇੰਡੀਆ ਦੇ ਨੇ ਉਹ ਰੈੱਡ ਬੈਲਟ ਬਣ ਗਈ ਆ। ਉਸ ਤੋਂ ਬਾਅਦ ਬੰਦ ਹੋ ਗਈ, ਹੁਣ ਚੀਕ ਚਿਹੜਾ ਪਿਆ ਆ। ਕੀ ਕੀਤਾ ਜਾਵੇ? ਇਹ ਜਿਹੜੇ ਸਮੁੱਚੇ ਲੋਕ ਨੇ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਰਜਸ ਫੋਰਸਿਸ, ਨੈਗੇਟਿਵ ਫੋਰਸਿਸ ਢਾਲ ਕੇ ਆਪਣੇ ਹੇਠਾਂ ਆਪਣੇ ਏਜੰਟ ਬਣਾ ਲੈਣੀਆਂ ਆ, ਉਹ ਇੱਕ ਅਧਰਮ ਦਾ ਇੱਕ ਦੂਸਰਾ ਚੈਪਟਰ ਹੈ। ਅਧਰਮ ਦੀ ਦੁਨੀਆ ਵਿੱਚ ਸਭ ਤੋਂ ਵੱਡੀ ਚੀਜ਼ ਇਹ ਏਜੰਟ ਨੇ। ਇਸ ਏਜੰਟ ਨੂੰ ਹੋਰ ਕੁਝ ਨਹੀਂ ਹੁੰਦਾ, ਮੈਨੂੰ ਪੈਸੇ ਚਾਹੀਦੇ ਆ। ਚਲੋ 2 ਮਿੰਟ ਸਾਡੇ ਕੋਲ ਰਹਿ ਗਏ। ਹਰ ਬੰਦਾ ਪਰਮਾਤਮਾ ਵਿੱਚ, ਪਰਮ ਸੱਤ ਵਿੱਚ ਮਿਲਣਾ ਚਾਹੁੰਦਾ, ਪਰ ਉਹ ਆਪਣੇ ਲੈਵਲ ਤੇ ਕੁਛ ਨਾ ਕੁਛ ਕੀ ਕਰੇ ਤਾਂ ਕਿ ਚਲੋ ਇਦਾਂ ਦੇ ਚੱਕਰਾਂ 'ਚ ਬਾਹਰ ਨਿਕਲ ਕੇ। ਦੇਖੋ ਆਪਾਂ ਜੋ ਕੁਛ ਗੱਲਬਾਤ ਕੀਤੀ ਹੈਗੀ ਆ, ਮੈਂ ਆਪਣੇ ਕੁਝ ਹੋਰ ਐਪੀਸੋਡ 'ਚ ਇੱਕ ਲਫ਼ਜ਼ ਵਰਤਿਆ ਸੀਗਾ, ਸਮਝ, ਅੰਡਰਸਟੈਂਡਿੰਗ। ਪਹਿਲੀ ਚੀਜ਼ ਹੈ ਇਸ ਸਮਾਜ ਦੇ ਬੁੱਧੀਜੀਵੀਆਂ ਨੂੰ, ਇੰਟੈਲੈਕਚੁਅਲਸ ਨੂੰ, ਜਾਂ ਜੋ ਵੀ ਜਿਹੜੇ ਵੀ ਲੋਕ ਹੈਗੇ ਨੇ, ਇਹ ਸਮਝ ਤਾਂ ਬਣੇ। ਜੋ ਆਪਾਂ ਗੱਲਾਂ ਕਰ ਰਹੇ ਹੈਗੇ ਆ ਇਹਦੀ ਸਮਝ ਹੀ ਨਹੀਂ ਹੈਗੀ। ਧਰਮ ਤੇ ਅਧਰਮ ਦਾ ਫਰਕ, ਸੱਤ ਤੇ ਮਤ ਦਾ ਫਰਕ, ਨਿਸ਼ਬਦ ਤੇ ਸ਼ਬਦ ਦਾ ਫਰਕ, ਅਮਨ ਤੇ ਮਨ ਦਾ ਫਰਕ। ਹੋਰ ਤਾਂ ਹੋਰ ਤੁਸੀਂ, ਮੈਂ ਤੁਹਾਨੂੰ, ਤੁਹਾਡਾ ਕੋਲ ਸਮਾਂ ਘੱਟ ਹੈਗਾ ਆ, ਇੱਕ ਮੈਂ ਤੁਹਾਨੂੰ ਲਫ਼ਜ਼ ਦੱਸਣਾ ਚਾਹਾਂਗਾ, ਹੋਰ ਕੁਝ ਨਾ ਸਹੀ। ਭਾਰਤ ਸਾਹਿਬ ਮਨੁੱਖ ਇੱਕ ਚੀਜ਼ ਨੂੰ ਅਡੋਪਟ ਕਰ ਲਵੇ, ਸ਼ੁਭ ਕਰਮ। ਸ਼ੁਭ ਕਰਮਨ ਨੂੰ ਜਿਹਨੂੰ ਕਿ ਦਸਮ ਪਾਤਸ਼ਾਹ ਨੇ ਕਿਹਾ, ਸ਼ੁਭ ਕਰਮਨ ਸੇ ਕਬੂ ਨਾ ਡਰੂ। ਸ਼ੁਭ ਕਰਮ ਇੱਕ ਇਹੋ ਜਿਹੀ ਚੀਜ਼ ਹੈ, ਮੈਂ ਹੁਣ ਬਹੁਤ ਵੱਖਰੀ ਚੀਜ਼ ਬੋਲਣਾ ਚੱਲਿਆ, ਜਿਸ ਵਿਅਕਤੀ ਦਾ ਇਹ ਧਰਮ ਬਣ ਗਿਆ ਸ਼ੁਭ ਕਰਮ, ਉਹ ਜ਼ਿੰਦਗੀ ਵਿੱਚ ਸੰਸਾਰਕ ਪੱਖੋਂ, ਪਦਾਰਥ ਪੱਖੋਂ ਕਾਮਯਾਬ ਤਾਂ ਨਹੀਂ ਹੋਣ ਲੱਗਾ, ਫੇਲ ਰਹੇਗਾ, ਸਪਿਰਚੁਅਲੀ ਕਾਮਯਾਬ ਹੋ ਜਾਏਗਾ। ਨਹੀਂ, ਉਹ ਕਾਮਯਾਬੀ ਨਾਲ ਵਾਸਤਾ ਹੈ ਕੋਈ ਨਹੀਂ, ਅੱਛਾ, ਪਰ ਉਹਦੀ ਦੁਰਗਤੀ ਨਹੀਂ ਹੁੰਦੀ। ਲੇਕਿਨ ਇੱਕ ਵਿਅਕਤੀ ਜਿਹੜਾ ਕਿ ਸ਼ੁਭ ਕਰਮ ਨਹੀਂ ਕਰਦਾ, ਸ਼ੁਭ ਵਿਚਾਰ ਵੀ ਨਹੀਂ ਰੱਖਦਾ, ਸ਼ੁਭ ਕਰਮ ਵੀ ਨਹੀਂ ਕਰਦਾ, ਗਲਤ ਕਰਮ ਹੀ ਕਰਦਾ ਹੈਗਾ ਆ, ਉਹਨੂੰ ਕਰੋੜਾਂ ਰੁਪਏ ਮਿਲ ਜਾਣਗੇ, ਉਹਦਾ ਬੈਂਕ ਬੈਲੈਂਸ ਉਹਦੇ ਜਿਹੜੇ ਆਕਾ ਨੇ ਉਹਨੂੰ ਭਰ ਦੇਣਗੇ, ਉਹਨੂੰ ਕਹੇਗਾ ਮੇਰੀ ਕਾਮਯਾਬੀ ਹੋ ਗਈ, ਲੇਕਿਨ ਉਹਦੀ ਦੁਰਗਤੀ ਅਵਸ਼ ਹੈ, ਉਹਦੀ ਦੁਰਗਤੀ ਅਵਸ਼ ਹੋਵੇਗੀ। ਸੋ ਇਸ ਲਈ ਜਿਹੜਾ ਸ਼ੁਭ ਕਰਮ ਹੈ, ਨਿੱਕੀ ਜਿਹੀ ਗੱਲ ਵੀ ਸਮਝੋ। ਇਹ ਸ਼ੁਭ ਕਰਮ ਵਾਸਤੇ ਮੈਂ ਇੱਕ ਲਫ਼ਜ਼ ਵਰਤਦਾ ਹੁੰਦਾ ਹੈਗਾ, ਸੰਤ ਬੁੱਧੀ ਯੋਗਾਰੂੜ, ਕਿ ਬੁੱਧੀ ਨੂੰ ਅਸੀਂ ਸੰਤਾਂ ਵਿੱਚ ਕਿੱਦਾਂ ਬਣਾਈਏ, ਬੈਲੈਂਸ 'ਚ ਕਿਵੇਂ ਲਿਆਈਏ, ਉਹਦੇ ਵਾਸਤੇ ਕੋਈ ਟੈਕਨੀਕ ਹਨ, ਆਪਾਂ ਫੇਰ ਕਰ ਲਵਾਂਗੇ। ਚੰਗਾ ਡਾਕਟਰ ਦੋਸਾਂਝ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਉੱਚੇ ਲੈਵਲ ਦੇ ਤੁਸੀਂ ਵਿਚਾਰ ਪੇਸ਼ ਕੀਤੇ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ यू वेरी मच। दर्शकों फिर आप सबके भीतर स्वयं प्रकाशमान ज्योत को डॉक्टर ਦੋਸਾਂਝ का प्रणाम। थैंक यू सर।